ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਅੰਮ੍ਰਿਤ ਵੇਲੇ ਤੋਂ ਇਲਾਵਾ ਇਕਾਂਤ ਆਬਾਦੀ ਤੋਂ ਦੂਰ ਕਿਸੇ ਝੀਲ ਜਾਂ ਨਦੀ ਕਿਨਾਰੇ, ਕਿਸੇ ਬਾਗ ਬਗੀਚੇ ਜਾਂ ਬਿਆਬਾਨ ਜੰਗਲ, ਪਹਾੜਾਂ ਦੀਆਂ ਚੋਟੀਆਂ ਜਾਂ ਕੇਂਦਰਾਂ ਵਿੱਚ ਵੀ ਮਿਲ ਸਕਦੀ ਹੈ। ਕੁਦਰਤੀ ਨਜ਼ਾਰਾ, ਪਾਣੀ ਦਾ ਕਿਨਾਰਾ, ਪਹਾੜੀ ਦਾ ਦਾਮਨ, ਐਨੀਆਂ ਜਗ੍ਹਾ ਤੇ ਵੀ ਨਾਮ ਜਪਣਾ ਬੜਾ ਲਾਭਦਾਇਕ ਸਾਬਤ ਹੁੰਦਾ ਹੈ। ਪਰ ਸਾਡਾ ਧਰਮ ਗ੍ਰਸਥ ਪ੍ਰਧਾਨ ਹੈ। ਐਸੀ ਇਕਾਂਤ ਅਸੀਂ ਥੋੜੇ ਸਮੇਂ ਲਈ ਤਾਂ ਮੰਨ ਸਕਦੇ ਹਾਂ, ਪਰ ਇੱਕ ਗ੍ਰਸਤੀ ਲਈ ਇਹ ਰੋਜ਼ ਤਾਂ ਸੰਭਵ ਨਹੀਂ ਕਿ ਇਹਨਾਂ ਅਸਥਾਨਾਂ ਤੇ ਜਾ ਕੇ ਸਮਾਧੀ ਲੀਨ ਹੋ ਜਾਈਏ। ਇੱਕ ਗ੍ਰਸਤੀ ਲਈ ਇਹੀ ਉੱਤਮ ਰਸਤਾ ਹੈ ਕਿ ਉਹ ਆਪਣੇ ਘਰ ਵਿੱਚ ਇੱਕ ਐਸਾ ਕਮਰਾ ਵੱਖਰਾ ਰੱਖੇ ਜਿੱਥੇ ਭਜਨ ਬੰਦਗੀ ਕੀਤੀ ਜਾ ਸਕੇ। ਇਸ ਕਮਰੇ ਵਿੱਚ ਜੇ ਗੁਰੂ ਸਾਹਿਬ ਪ੍ਰਕਾਸ਼ ਹੋ ਸਕੇ ਤਾਂ ਸਭ ਤੋਂ ਅੱਛੀ ਗੱਲ ਹੈ, ਅਤੇ ਜੇ ਕਿਸੇ ਕਾਰਨ ਬਸ ਨਾ ਸੰਭਵ ਹੋਵੇ ਤਾਂ ਭਾਵੇਂ ਸੁੱਚੀ ਚਾਦਰ ਦਾ ਆਸਣ ਵਿਛਾ ਕੇ ਗੁਰੂ ਸਾਹਿਬ ਦਾ ਸਰੂਪ ਹੀ ਰੱਖ ਲਵੋ ਜਾਂ ਸਰਬ ਲੋਹ ਦੇ ਸ਼ਸਤਰ ਦਾ ਆਸਣ ਲਾ ਲਵੋ। ਪਰ ਇੱਕ ਗੱਲ ਦਾ ਧਿਆਨ ਰੱਖਣਾ, ਇਸ ਕਮਰੇ ਵਿੱਚ ਪੂਜਾ ਪਾਠ, ਬੰਦਗੀ, ਸਿਮਰਨ ਤੋਂ ਇਲਾਵਾ ਹੋਰ ਕੁਝ ਨਾ ਹੋਵੇ। ਜਦੋਂ ਵੀ ਸਿਮਰਨ ਦੀ ਇੱਛਾ ਹੋਵੇ ਜਾਂ ਇੱਕ ਖਾਸ ਨਿਸ਼ਚਿਤ ਸਮੇਂ ਤੇ ਉਸ ਕਮਰੇ ਵਿੱਚ ਬੈਠ ਕੇ ਬਾਣੀ ਪੜੋ, ਸਿਮਰਨ ਕਰੋ। ਤੁਸੀਂ ਖੁਦ ਮਹਿਸੂਸ ਕਰੋਗੇ ਕਿ ਜਦੋਂ ਇਸ ਤਰ੍ਹਾਂ ਇੱਕ ਖਾਸ ਕਮਰੇ ਵਿੱਚ ਨਾਮ ਜਪਦਿਆਂ ਤੁਹਾਨੂੰ ਕੁਝ ਸਮਾਂ ਬੀਤ ਜਾਵੇਗਾ ਤਾਂ ਉਸ ਕਮਰੇ ਵਿੱਚ ਜਦੋਂ ਵੀ ਤੁਸੀਂ ਦਾਖਲ ਹੋਵੋਗੇ ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ। ਭਾਈ ਰਘੁਬੀਰ ਸਿੰਘ ਜੀ ਨੇ ਵੀ ਆਪਣੀ ਕਿਤਾਬ ਬੰਦਗੀ ਨਾਮਾ ਵਿੱਚ ਇੱਕ ਜ਼ਿਕਰ ਲਿਖਿਆ ਹੈ। ਉਹ ਲਿਖਦੇ ਹਨ ਕਿ ਮੈਨੂੰ ਆਪਣੇ ਪੂਜਾ ਦੇ ਕਮਰੇ ਵਿੱਚ ਇੱਕ ਅਜੀਬ ਜਿਹੀ ਕਸ਼ਿਸ਼ ਮਹਿਸੂਸ ਹੁੰਦੀ ਹੈ। ਮੈਨੂੰ ਇਹ ਕਮਰਾ ਘਰ ਦੇ ਸਾਰੇ ਕਮਰਿਆਂ ਨਾਲੋਂ ਚੰਗਾ ਅਤੇ ਪਿਆਰਾ ਲੱਗਦਾ ਹੈ। ਉਹ ਆਪਣਾ ਅਨੁਭਵ ਲਿਖਦੇ ਹਨ ਕਿ ਮੇਰੀ ਵੱਡੀ ਮੁਸ਼ਕਿਲ ਅਤੇ ਪਰੇਸ਼ਾਨੀ ਇਸ ਕਮਰੇ ਵਿੱਚ ਦਾਖਲ ਹੁੰਦਿਆਂ ਹੀ ਜਾਂ ਕੁਝ ਸਮਾਂ ਬੈਠਣ ਤੋਂ ਬਾਅਦ ਗਾਇਬ ਹੋ ਜਾਂਦੀ ਹੈ। ਉਹ ਤਾਂ ਇੱਥੋਂ ਤੱਕ ਲਿਖਦੇ ਹਨ ਕਿ ਮੈਂ ਤਾਂ ਇਸ ਕਮਰੇ ਨੂੰ ਤੀਰਥ ਸਮਝਦਾ ਹਾਂ, ਜਿੱਥੇ ਰੋਜ਼ ਮੇਰੇ ਮਨ ਦੀ ਮੈਲ ਉਤਰਦੀ ਹੈ ਅਤੇ ਮਨ ਨੂੰ ਇਲਾਹੀ ਰੰਗਨ ਚੜ੍ਹਦੀ ਹੈ। ਇੱਕ ਗੱਲ ਯਾਦ ਰੱਖਣਾ, ਜਿਹੜਾ ਸੱਚਾ ਸਾਧੂ ਹੈ ਉਹ ਜੇ ਮਿੱਟੀ ਦੇ ਢੇਰ ਤੇ ਵੀ ਚੌਂਕੜੀ ਮਾਰ ਲਵੇਗਾ, ਉੱਥੇ ਵੀ ਅਸਥਾਨ ਬਣ ਜਾਵੇਗਾ, ਡੇਰਾ ਬਣ ਜਾਵੇਗਾ। ਜਿੱਥੇ ਕਮਾਈ ਹੋਵੇ, ਸੱਚਾਈ ਹੋਵੇ, ਉੱਥੇ ਇਹ ਗੱਲ ਮਾਮੂਲੀ ਹੈ। ਜੰਗਲ ਵਿੱਚ ਮੰਗਲ ਭਰਿਆ ਮੇਲਾ ਛੱਡਣਾ ਕੋਈ ਸੌਖਾ ਨਹੀਂ, ਪਰ ਇੱਕ ਪੂਰਨ ਮਹਾਪੁਰਖ ਲਈ, ਸਤਪੁਰਸ਼ ਲਈ ਇਕਾਂਤ ਇੰਨੀ ਵੱਡੀ ਖੁਰਾਕ ਹੈ ਕਿ ਉਹ ਸਭ ਕੁਝ ਛੱਡ ਕੇ ਇਕਾਂਤ ਦੀ ਭਾਲ ਵਿੱਚ ਨਿਕਲ ਜਾਂਦੇ ਹਨ। ਸਾਡੀ ਅੱਜ ਦੀ ਸਾਖੀ ਇੱਕ ਐਸੇ ਸੰਤ ਜਿਨ੍ਹਾਂ ਨੇ ਪਰਮਾਤਮਾ ਦੀ ਭਗਤੀ ਦਾ ਰਸ ਮਾਣਨ ਦੇ ਲਈ ਪੂਰਾ ਡੇਰਾ ਹੀ ਛੱਡ ਦਿੱਤਾ। ਇੱਕ ਬੜੀ ਹੀ ਪਿਆਰੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ, ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ। ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸੰਤ ਗੁਰਮੇਲ ਸਿੰਘ ਜੀ ਹੋਏ ਹਨ। ਇੱਕ ਵਾਰੀ ਉਹਨਾਂ ਦੇ ਡੇਰੇ ਕਿਸੇ ਕੀਰਤਨੀਏ ਨੇ ਆਸਾ ਦੀ ਵਾਰ ਲਾਈ। ਬੜਾ ਰਸ ਵੱਜਾ। ਉਹਨਾਂ ਦੀ ਆਵਾਜ਼ ਵਿੱਚ ਬੜੀ ਮਿਠਾਸ ਸੀ। ਉਹਨਾਂ ਨੇ ਜਿਸ ਢੰਗ ਨਾਲ ਪ੍ਰਮਾਣ ਦਿੱਤੇ, ਕੀਰਤਨ ਕਰਨ ਦੀ ਸ਼ੈਲੀ ਐਸੀ ਕਿ ਬਹੁਤ ਹੀ ਆਨੰਦ ਬਣਿਆ। ਕੀਰਤਨ ਦੀ ਸਮਾਪਤੀ ਤੋਂ ਬਾਅਦ ਆਨੰਦ ਸਾਹਿਬ ਦਾ ਪਾਠ ਹੋਇਆ ਅਤੇ ਦੇਗ ਵਰਤੀ। ਸੰਤ ਗੁਰਮੇਲ ਸਿੰਘ ਜੀ ਆਪਣੇ ਕਮਰੇ ਵਿੱਚ ਆਏ ਅਤੇ ਆ ਕੇ ਆਪਣੇ ਆਸਣ ਤੇ ਬੈਠ ਗਏ। ਕੁਝ ਸਮੇਂ ਬਾਅਦ ਲੰਗਰ ਛਕ ਕੇ ਉਹ ਕੀਰਤਨੀਆਂ ਮਹਾਪੁਰਖਾਂ ਦੇ ਦਰਸ਼ਨ ਕਰਕੇ ਉਹਨਾਂ ਕੋਲ ਵਾਪਸ ਜਾਣ ਦੀ ਇਜਾਜ਼ਤ ਲੈਣ ਆਇਆ। ਜਦੋਂ ਉਸਨੇ ਮਹਾਪੁਰਸ਼ਾਂ ਨੂੰ ਫਤਿਹ ਬੁਲਾਈ ਤਾਂ ਮਹਾਪੁਰਸ਼ ਜੀ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਦੀ ਤੇਰੇ ਤੇ ਕਿਰਪਾ ਹੈ। ਕੀਰਤਨ ਸੁਣ ਕੇ ਬੜਾ ਹੀ ਰਸ ਆਇਆ ਹੈ, ਬਹੁਤ ਆਨੰਦ ਬਣਿਆ ਹੈ। ਇੰਨੀ ਗੱਲ ਕਹਿ ਕੇ ਉਹ ਆਪਣੀ ਜਗ੍ਹਾ ਤੋਂ ਉੱਠ ਪਏ ਅਤੇ ਉਸਨੂੰ ਕਿਹਾ ਕਿ ਥੋੜਾ ਸਮਾਂ ਸਾਡੀ ਜਗ੍ਹਾ ਤੇ ਬੈਠ, ਅਸੀਂ ਕਿਧਰੇ ਜਾਣਾ ਹੈ ਅਤੇ ਜਦ ਤੱਕ ਅਸੀਂ ਤੈਨੂੰ ਫੋਨ ਨਾ ਕਰੀਏ ਤੂੰ ਇਸ ਜਗ੍ਹਾ ਤੋਂ ਨਹੀਂ ਉੱਠਣਾ। ਉਸਨੂੰ ਆਪਣੀ ਜਗ੍ਹਾ ਤੇ ਬਿਠਾ ਕੇ ਮਹਾਪੁਰਸ਼ ਆਪ ਆਪਣਾ ਜੋੜਾ ਪਾ ਕੇ ਡੇਰੇ ਤੋਂ ਬਾਹਰ ਨਿਕਲ ਗਏ। ਕੁਝ ਸਮੇਂ ਬਾਅਦ ਉਸਨੂੰ ਪੀਸੀਓ ਤੋਂ ਜਾ ਕੇ ਫੋਨ ਕਰਕੇ ਕਿਹਾ ਕਿ ਜਿੱਥੇ ਤੂੰ ਬੈਠਾ ਹੈ ਤੇਰੇ ਪਿੱਛੇ ਇੱਕ ਅਲਮਾਰੀ ਹੈ, ਉਸ ਵਿੱਚ ਸਾਰੀਆਂ ਚਾਬੀਆਂ ਹਨ। ਅੱਜ ਤੋਂ ਸਾਰਾ ਡੇਰਾ ਅਸੀਂ ਤੈਨੂੰ ਸੌਂਪ ਰਹੇ ਹਾਂ। ਇਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਵੀ ਤੇਰੀ ਹੈ, ਕਿਉਂਕਿ ਸਾਨੂੰ ਤੂੰ ਬਹੁਤ ਚੰਗਾ ਲੱਗਾ ਹੈ।
ਤੇਰੇ ਕੀਰਤਨ ਵਿੱਚ ਬੜਾ ਰਸ ਹੈ। ਇਹ ਡੇਰਾ ਹੁਣ ਤੂੰ ਸੰਭਾਲਣਾ ਹੈ। ਲਿਖਤ ਰੂਪ ਵਿੱਚ ਜੋ ਕਾਰਵਾਈ ਹੈ ਉਹ ਅਸੀਂ ਤੈਨੂੰ ਕੁਝ ਸਮੇਂ ਤੱਕ ਭਿਜਵਾ ਦੇਵਾਂਗੇ। ਉਹ ਕੀਰਤਨੀਆ ਪੁੱਛਣ ਲੱਗਾ, ਤੁਸੀਂ ਕਿੱਥੋਂ ਬੋਲ ਰਹੇ ਹੋ? ਤੁਸੀਂ ਆਪ ਕਿੱਥੇ ਜਾ ਰਹੇ ਹੋ ਅਤੇ ਇਹ ਡੇਰਾ ਕਿਉਂ ਛੱਡ ਰਹੇ ਹੋ? ਮਹਾਪੁਰਸ਼ਾਂ ਨੇ ਜਵਾਬ ਦਿੱਤਾ ਕਿ ਅਸੀਂ ਇਹ ਡੇਰਾ ਸੰਗਤ ਦੀ ਦਸਵੰਧ ਰੂਪੀ ਮਾਇਆ ਵਿੱਚੋਂ ਬਣਵਾਇਆ ਸੀ, ਪਰ ਇੱਥੇ ਹੁਣ ਆਵਾਜਾਈ ਬਹੁਤ ਹੋ ਗਈ ਹੈ, ਜਿਸ ਨਾਲ ਸਾਡੀ ਇਕਾਂਤ ਖਤਮ ਹੋ ਗਈ ਹੈ। ਇਸ ਲਈ ਅਸੀਂ ਕਿਧਰੇ ਹੋਰ ਜਾ ਰਹੇ ਹਾਂ ਇਕਾਂਤ ਵਿੱਚ, ਪਰ ਅਸੀਂ ਤੈਨੂੰ ਇਹ ਨਹੀਂ ਦੱਸਣਾ ਕਿ ਅਸੀਂ ਕਿੱਥੇ ਜਾ ਰਹੇ ਹਾਂ, ਕਿਉਂਕਿ ਜਦੋਂ ਗੱਲ ਫੈਲ ਜਾਵੇਗੀ ਤਾਂ ਅਸੀਂ ਜਿੱਥੇ ਜਾਵਾਂਗੇ ਸੰਗਤਾਂ ਉੱਥੇ ਹੀ ਸਾਡੇ ਮਗਰ ਪਹੁੰਚ ਜਾਣਗੀਆਂ ਅਤੇ ਜਿਸ ਮਕਸਦ ਲਈ ਅਸੀਂ ਇਹ ਡੇਰਾ ਛੱਡ ਰਹੇ ਹਾਂ ਉਹ ਮਕਸਦ ਫਿਰ ਪੂਰਾ ਨਹੀਂ ਹੋ ਸਕੇਗਾ। ਇਕਾਂਤ ਵਿੱਚ ਰਹਿਣਾ ਅਤੇ ਇਕਾਂਤ ਵਿੱਚ ਜੁੜਨਾ, ਇਹਨਾਂ ਦੋਵਾਂ ਵਿੱਚ ਬੜਾ ਫਰਕ ਹੈ। ਜ਼ਮੀਨ ਅਸਮਾਨ ਦਾ ਫਰਕ ਹੈ। ਜਿਸ ਦਾ ਕੋਈ ਨੁਕਸਾਨ ਹੋ ਜਾਵੇ, ਮਾਇਆ ਦਾ ਜਾਂ ਘਰ ਪਰਿਵਾਰ ਤੋਂ ਕੋਈ ਕਲਪਿਆ ਹੋਵੇ, ਅਤ ਦੁੱਖ ਵਿੱਚ ਹੋਵੇ ਅਤੇ ਜੋ ਸਾਰੇ ਪਾਸਿਆਂ ਤੋਂ ਨਿਰਾਸ਼ ਹੋ ਚੁੱਕਾ ਹੋਵੇ, ਉਹ ਇਕਾਂਤ ਵਿੱਚ ਹੀ ਰਹਿਣਾ ਚਾਹੁੰਦਾ ਹੈ। ਕਿਸੇ ਮਾਨਸਿਕ ਪਰੇਸ਼ਾਨੀ ਵਿੱਚ ਘਿਰਿਆ ਹੋਇਆ ਬੰਦਾ ਵੀ ਇਕਾਂਤ ਚਾਹੁੰਦਾ ਹੈ ਅਤੇ ਉਹ ਵੀ ਕਹਿੰਦਾ ਹੈ ਕਿ ਮੈਨੂੰ ਕੋਈ ਬੁਲਾਵੇ ਨਾ, ਕੁਝ ਸਮਾਂ ਲਈ ਉਸ ਨੂੰ ਇਕੱਲਿਆਂ ਛੱਡ ਦਿਓ। ਪਰ ਇਕਾਂਤ ਵਿੱਚ ਜੁੜਨਾ ਇਹ ਦੂਸਰੀ ਗੱਲ ਹੈ। ਇਸ ਲਈ ਜੇ ਤੁਸੀਂ ਚਾਹੁੰਦੇ ਹੋ ਪ੍ਰਾਪਤੀ ਤਾਂ ਜ਼ਰੂਰ ਇਕਾਂਤ ਵਿੱਚ ਕੁਝ ਸਮਾਂ ਜੁੜਿਆ ਕਰੋ। ਇੱਥੇ ਇੱਕ ਗੱਲ ਯਾਦ ਰੱਖਣਾ, ਜਿਹੜੇ ਇਕਾਂਤ ਵਿੱਚ ਕੁਝ ਸਮਾਂ ਰੋਜ਼ ਨੇਮ ਨਾਲ ਗੁਰੂ ਦੇ ਲੇਖੇ ਲਗਾਉਣ, ਫਿਰ ਇਕਾਂਤ ਵਿੱਚ ਜੁੜਨਾ ਉਹਨਾਂ ਦੀ ਖੁਰਾਕ ਬਣ ਜਾਂਦੀ ਹੈ ਅਤੇ ਉਹਨਾਂ ਨੂੰ ਇਕਾਂਤ ਵਿੱਚ ਜੁੜਨ ਦੀ ਭੁੱਖ ਲੱਗਣ ਲੱਗ ਪੈਂਦੀ ਹੈ। ਇੱਥੋਂ ਤੱਕ ਕਿ ਕਿਸੇ ਕਾਰਨ ਵਸ ਉਹਨਾਂ ਦੀ ਇਕਾਂਤ ਹਿਲ ਜਾਵੇ ਤਾਂ ਉਹਨਾਂ ਦੇ ਅੰਦਰ ਕਲਪਨਾ ਸ਼ੁਰੂ ਹੋ ਜਾਂਦੀ ਹੈ। ਅਰਦਾਸ ਕਰਨੀ ਚਾਹੀਦੀ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਕਿ ਸਾਡੀ ਝੋਲੀ ਵਿੱਚ ਵੀ ਇਕਾਂਤ ਵਿੱਚ ਜੁੜਨ ਦੀ ਅਨਮੋਲ ਦਾਤ ਪਾ ਦਿਓ, ਜਿਸ ਨਾਲ ਭਗਤੀ ਦਾ ਆਨੰਦ ਵੀ ਆਉਂਦਾ ਹੈ ਅਤੇ ਜਿਸ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਸੰਭਵ ਹੀ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।